देखते हो भाई वीडियो तुसी भी देख ली होनी है। बड़े गंभीर इल्जाम ने, कहते कि ਜਿਹੜੇ ਲੋਕਾਂ ਨੇ ਵਿੱਕੀ ਮਿੰਟੂ ਖੇੜਾ ਦਾ ਕਤਲ ਕੀਤਾ, ਹੋਰ ਕਤਲਾਂ ਦੇ ਵਿੱਚ ਸ਼ਮੂਲੀਅਤ ਸੀਗੀ, ਗੋਲੀਆਂ ਚਲਾਉਣ ਦੇ ਵਿੱਚ ਸ਼ਮੂਲੀਅਤ ਸੀਗੀ, ਧਮਕਾਉਣ ਦੇ ਵਿੱਚ ਸ਼ਮੂਲੀਅਤ ਸੀ, ਸਿੱਧੂ ਨਾਲ ਵੀ ਕਨੈਕਸ਼ਨ ਸੀ, ਰਾਜਾ ਵੜਿੰਗ ਨਾਲ। ਜ਼ਿੰਮੇਵਾਰੀਆਂ ਫਿਕਸ ਕਰੀਏ। ਅਗਰ ਸਿੱਧੂ ਨੇ ਕਿਤੇ ਗਲਤ ਕੀਤਾ, ਰਾਜਾ ਵੜਿੰਗ ਨੇ ਕਿਤੇ ਗਲਤ ਕੀਤਾ, ਤੇ ਜੋ ਤੁਸੀਂ ਅਗਰ ਇਹਨਾਂ ਦੇ ਕੋਲ ਕਿਸੇ ਕੋਲ ਸਰਕਾਰ ਕੋਲ ਸਬੂਤ ਹੈਗੇ ਆ ਤੇ ਜੋ ਮਰਜ਼ੀ ਕਾਰਵਾਈ ਕਰ ਲਓ। ਉਹ ਮਤਲਬ ਮੰਨ ਲਓ ਕੱਲ ਨੂੰ ਆਪਾਂ ਜਿਹੜੇ ਗੈਂਗਸਟਰ ਆ ਉਹਨਾਂ ਦੀ ਰਾਜਨੀਤੀ 'ਚ ਵੜ ਜਾਈਏ ਵੀ ਗੈਂਗਸਟਰਾਂ ਨੇ ਇਹਨੇ ਆ ਕਿਹਾ ਉਹਨੇ ਉਹਦੀ ਜਸਟੀਫਿਕੇਸ਼ਨਾਂ ਦੇਣ ਲੱਗ ਪਈਏ। ਹਰ ਚੀਜ਼ ਨੂੰ ਕਿਸੇ ਨੇ ਕੀ ਕਿਹਾ ਉਹਨੂੰ ਪ੍ਰੂਫ ਬਣਾ ਕੇ ਆਪਾਂ ਗੱਲ ਨਹੀਂ ਕਰ ਸਕਦੇ। ਮਸਲਾ ਇਹ ਆ ਵੀ ਕੀ ਉਹਦਾ ਕਤਲ ਜਿਹੜਾ ਹੋਇਆ ਉਹਦੇ ਵਿੱਚ ਇਨਸਾਫ ਹੈ ਕਿ ਨਹੀਂ ਹੈ। ਅਗਰ ਆਪਾਂ ਕਤਲ ਨੂੰ ਵੀ ਜਸਟੀਫਾਈ ਕਰਨ ਲੱਗ ਪਾਂਗੇ ਵੀ ਉਹਦਾ ਕਤਲ ਜਾਇਜ਼ ਸੀ ਜਾਂ ਨਾਜਾਇਜ਼ ਸੀ, ਇਹ ਤਾਂ ਆਪਾਂ ਲੋਕਾਂ ਨੇ ਦੱਸਣਾ ਨਾ। ਸਰਕਾਰ ਦੀ ਲਾਪਰਵਾਹੀ ਕਰਕੇ ਹੋਇਆ। ਸਰਕਾਰ ਨੇ ਸਿਕਿਉਰਟੀਆਂ ਵਿਡਰਾਅ ਕੀਤੀਆਂ, ਉਹ ਸਵਾਲ ਅੱਜ ਵੀ ਕੋਈ ਨਹੀਂ ਚੱਕ ਰਿਹਾ। ਜਾਂ ਜਿਨ੍ਹਾਂ ਦੇ ਲੋਕਾਂ ਨੇ ਸ਼ਮੂਲੀਅਤ ਸੀਗੀ ਉਹਨਾਂ ਨੂੰ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਦੇ ਰੱਖ ਰਖਾਵ ਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਭੇਜਣ ਤੱਕ ਦਾ ਸਾਰਾ ਹੱਥ ਪਿੱਛੇ ਸੀਗਾ। ਅੱਜ ਜਿਹੜੇ ਬੰਦਿਆਂ ਨੇ ਇਨਫੋਰਮੇਸ਼ਨਾਂ ਲੀਕ ਕੀਤੀਆਂ, ਜਿਨ੍ਹਾਂ ਨੇ ਆਪਣੇ ਪਬਲਿਸਿਟੀ ਸਟੰਟ ਕੀਤੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ। ਆਹ ਮੁੱਢਲੇ ਸਵਾਲ ਨੇ। ਕੱਲ ਨੂੰ ਮੈਂ ਕਹਿੰਦਾ ਗੈਂਗਸਟਰਾਂ ਦੇ ਵਿੱਚ ਆਪਸੀ ਉਹਨਾਂ ਦੇ ਬਥੇਰੇ ਕਲੇਸ਼ ਆ, ਬਥੇਰਾ ਉਹਨਾਂ ਦਾ ਰਾਮ ਰੌਲਾ ਵਾ, ਕਿਸੇ ਦਾ ਕਿਤੋਂ ਸ਼ੁਰੂ ਹੋਇਆ, ਆਪਾਂ ਉਹਦੇ ਵਿੱਚ ਥੋੜਾ ਵੜ ਜਾਣਾ। ਬਤੌਰ ਤੁਸੀਂ ਸਰਕਾਰ ਉਹਦੇ ਵਿੱਚ ਵੜੂਗੀ। ਕਹਿੰਦੇ ਕਿ ਸਿਆਸੀ ਲਾਹਾ ਜਿੱਧਰਲੇ ਪਾਸੇ ਪੈਸਾ ਦਿਸ ਜਾਂਦਾ ਉਧਰਲੇ ਪਾਸੇ ਨੂੰ ਸਿਆਸਤ ਹੋ ਵੜਦੀ ਹੈ। WhatsApp ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ 2-2 ਮਿੰਟ ਦੀਆਂ ਚੀਜ਼ਾਂ ਨੂੰ ਪੜ੍ਹ ਕੇ ਕਈ ਲੋਕ ਆਪਣੇ ਆਪ ਨੂੰ ਬਹੁਤ ਮਤਲਬ ਵੱਡੇ ਵਿਦਵਾਨ ਵੀ ਸਮਝ ਲੈਂਦੇ ਆ ਵੀ ਮੇਰੇ ਨਾਲ ਇਹਨੇ ਐਂ ਕੀਤਾ ਤੇ ਅੱਜ ਗੋਲੀ ਮਾਰ ਦਿੰਦੇ ਮਿੰਟੋ ਮਿੰਟੀ। ਸੋ ਇਹ ਤਾਂ ਇੱਕ ਪੰਜਾਬ ਦੀ ਤਰਾਸ਼ਦੀ ਆ। ਹੁਣ ਇਹਦੇ ਵਿੱਚੋਂ ਲੀਡਰ ਵੀ ਕਸੂਰਵਾਰ ਆ, ਇਹਦੇ ਵਿੱਚ ਪਿੰਡ ਦਾ ਸਰਪੰਚ ਵੀ ਕਸੂਰਵਾਰ ਆ, ਇਹਦੇ ਵਿੱਚ ਆਪਣੇ ਟੀਚਰ ਵੀ ਕਸੂਰਵਾਰ ਆ, ਔਰ ਇਹਦੇ ਵਿੱਚ ਮਾਪਿਓ ਵੀ ਕਸੂਰਵਾਰ ਆ। ਸਿੱਧੂ ਅੱਜ ਆਪਣੇ ਵਿੱਚ ਨਹੀਂ ਹੈਗਾ, ਠੀਕ ਆ, ਉਹਦੇ ਫੈਨ ਆ, ਕੋਈ ਇੱਕ ਟਵੀਟ ਪਾ ਦੂਗਾ, ਕੋਈ 4 ਦਿਨ ਸਾਡੇ ਵਰਗੇ ਜਾਣਗੇ, ਕੋਈ ਧਰਨਾ ਮਾਰ ਲੂਗਾ, ਕੋਈ ਕੁਛ ਕਰ ਲੂਗਾ, ਲੇਕਿਨ ਮਾਪਿਓ ਨੇ ਰੋਜ਼ ਜੀਣਾ, ਰੋਜ਼ ਮਰਨਾ। ਉਹਦੇ ਵਾਸਤੇ ਦੁਨੀਆ ਵਾਸਤੇ ਸ਼ੇਰਾ ਕ੍ਰਿਮੀਨਲ ਸੀ, ਉਹਦੇ ਵਾਸਤੇ ਉਹਦਾ ਪੁੱਤ ਸੀ। ਔਂ ਭਾਵੇਂ ਲਾਰੈਂਸ ਦੀ ਮਾਤਾ ਅੱਜ ਵੀ ਤਰੀਕ ਦੇ ਉੱਤੇ ਜਦੋਂ ਜਾਂਦੀ ਆ ਤੇ ਉਹਦੇ ਮਨ 'ਚ ਆਪਣੇ ਪੁੱਤ ਵਾਸਤੇ ਜਾਂਦੀ ਆ, ਉਹਦੇ ਵਾਸਤੇ ਲਾਰੈਂਸ ਕੋਈ ਕ੍ਰਿਮੀਨਲ, ਕੋਈ ਗੈਂਗਸਟਰ ਨਹੀਂ ਆ। ਦੁਨੀਆ ਵਾਸਤੇ ਉਹ ਡਾਊਨ ਹੋ ਸਕਦਾ। ਸੋ ਇਹ ਵੱਡੇ ਸਵਾਲ ਆ ਜਿਨ੍ਹਾਂ ਦਾ ਸ਼ਾਇਦ ਸਿਆਸਤਦਾਨਾਂ ਨੂੰ ਜਵਾਬ ਦੇਣੇ ਪੈਣਗੇ। ਅਸੀਂ ਇਸ ਚੀਜ਼ 'ਚੋਂ ਨਿਕਲੇ ਆ, ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ, ਲੇਕਿਨ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ। ਕੁਝ ਨਿੱਜੀ ਚੈਨਲਾਂ ਦੇ ਵੱਲੋਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ। ਤੁਸੀਂ ਵੀ ਥੋੜਾ ਸਮਾਂ ਪਹਿਲਾਂ ਇਤਰਾਜ਼ ਜਤਾ ਰਹੇ ਸੀਗੇ ਕਿ ਸਰਕਾਰ ਜਿਵੇਂ ਕਹਿੰਦੀ ਆ ਉਸੇ ਤਰੀਕੇ ਨਾਲ ਕਹਾਣੀਆਂ ਘੜੀਆਂ ਜਾਂਦੀਆਂ ਨੇ, ਉਹੀ ਲੋਕਾਂ ਮੂਹਰੇ ਪ੍ਰੈਜ਼ੈਂਟ ਕਰ ਦਿੱਤੀਆਂ ਜਾਂਦੀਆਂ ਤੇ ਉਸਦੇ ਨਤੀਜੇ ਜਿਹੜੇ ਨੇ ਬੜੇ ਭਿਆਨਕ ਹੋ ਸਕਦੇ ਨੇ। ਲੱਗਦਾ ਕਿ ਇਸ ਵੇਲੇ ਉਹਨਾਂ ਨੂੰ ਵੀ, ਸਾਰੇ ਚੈਨਲਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਉਸ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਕਿ ਜਿਹੜੀ ਖਬਰ ਹੈ ਖਬਰ ਦੇ ਰੂਪ ਦੇ ਵਿੱਚ ਹੋਣ। ਚੈਨਲਾਂ ਨੇ ਮੈਂ ਕਹੂੰਗਾ ਚੈਨਲਾਂ ਨੇ ਅੱਜ ਸਰਕਾਰ ਦੇ ਪ੍ਰੈਸ਼ਰ 'ਚ ਇੱਕ ਅਨਡਿਕਲੇਅਰਡ ਐਮਰਜੈਂਸੀ ਆ। ਮੈਂ ਉਮੀਦ ਕਰਦਾ ਤੁਸੀਂ ਲੋਕ ਇਹ ਜ਼ਰੂਰ ਚਲਾਓਗੇ। ਮੈਂ ਇਹ ਕਹੂੰਗਾ ਵੀ ਕਈ ਚੈਨਲ ਐਡ ਲੈਣ ਦੇ ਚੱਕਰ 'ਚ ਅੱਜ ਸਰਕਾਰ ਦੀ ਟਿਊਨ ਦੇ ਹਿਸਾਬ ਨਾਲ ਚੱਲਣ ਲੱਗ ਪਏ ਆ। ਜਦੋਂ ਆਪਾਂ ਇੱਕ ਸਟੇਟ ਨੂੰ ਸਰਕਾਰ ਦੇ ਹਿਸਾਬ ਨਾਲ ਚਲਾ, ਫਿਰ ਤਾਂ ਜੋ ਸਰਕਾਰ ਨੈਰੇਟਿਵ ਦਊਗੀ, ਸਰਕਾਰ ਜਿਹਨੂੰ ਗੁੰਡਾ ਕਹਿ ਦੂਗੀ ਗੁੰਡਾ ਵਾ, ਜਿਹਨੂੰ ਚੋਰ ਕਹਿ ਦੂਗੀ ਚੋਰ ਆ, ਜਿਹਨੂੰ ਡਾਕੂ ਕਹਿ ਦੂਗੀ ਡਾਕੂ ਆ, ਜਿਹਨੂੰ ਸਾਧ ਕਹਿ ਦੂਗੀ ਸਾਧ ਆ। ਜਿਹੜੀਆਂ ਸਟੋਰੀਆਂ ਚੱਲੀਆਂ ਕਿਸ ਤਰੀਕੇ ਨਾਲ ਤੁਸੀਂ ਵੇਖੋ ਗਲੋਰੀਫਾਈ ਕੀਤਾ ਜਾਂਦਾ, ਕੁਛ TRPs ਵਾਸਤੇ, ਕੁਛ ਆਪਣੇ ਵਿਊਜ਼ ਵਾਸਤੇ ਆਪਾਂ ਉਹ ਚੀਜ਼ਾਂ ਵੀ ਚਲਾ ਦੇਈਆਂ ਜਿਨ੍ਹਾਂ ਦੇ ਅੱਗੇ ਇੰਪੈਕਟ ਕੀ ਹੋਣਗੇ ਆਪਾਂ ਉਹਨਾਂ ਬਾਰੇ ਨਹੀਂ ਸੋਚੀ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਹੋਈਆਂ ਸੀ। ਇੱਕ ਹੁਣ ਕਥਿਤ ਵੀਡੀਓ ਸਾਹਮਣੇ ਆਈ ਹੈ ਗੋਲਡੀ ਬਰਾੜ ਦੀ। ਗੋਲਡੀ ਬਰਾੜ ਉਹ ਸ਼ਖਸ ਜਿੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ। ਅੱਜ ਉਹਨਾਂ ਨੇ ਸਫਾਈ ਪੇਸ਼ ਕੀਤੀ, ਪਰ ਨਾਲ ਦੀ ਨਾਲ ਵੱਡੇ ਸਵਾਲ ਸਿੱਧੂ ਮੂਸੇਵਾਲਾ ਦੇ ਕਿਰਦਾਰ ਤੇ ਨਾਲ ਦੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵੀ ਖੜੇ ਕੀਤੇ। ਸਾਡੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਨੇ ਗੱਲਬਾਤ ਕਰਕੇ ਸਮਝਣਾ ਕਿ ਇਸ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ। ਭਾਈ ਵੀਡੀਓ ਤੁਸੀਂ ਵੀ ਦੇਖ ਲਈ ਹੋਣੀ ਹੈ। ਬੜੇ ਗੰਭੀਰ ਇਲਜ਼ਾਮ ਨੇ, ਕਹਿੰਦੇ ਕਿ ਜਿਹੜੇ ਲੋਕਾਂ ਨੇ ਵਿੱਕੀ ਮਿੰਟੂ ਖੇੜਾ ਦਾ ਕਤਲ ਕੀਤਾ, ਹੋਰ ਕਤਲਾਂ ਦੇ ਵਿੱਚ ਸ਼ਮੂਲੀਅਤ ਸੀਗੀ, ਗੋਲੀਆਂ ਚਲਾਉਣ ਦੇ ਵਿੱਚ ਸ਼ਮੂਲੀਅਤ ਸੀਗੀ, ਧਮਕਾਉਣ ਦੇ ਵਿੱਚ ਸ਼ਮੂਲੀਅਤ ਸੀ, ਸਿੱਧੂ ਨਾਲ ਵੀ ਕਨੈਕਸ਼ਨ ਸੀ, ਰਾਜਾ ਵੜਿੰਗ ਨਾਲ। ਦੇਖੋ ਤੁਸੀਂ ਮੈਂ ਵੀਡੀਓ ਵੇਖੀ ਨਹੀਂ, ਪਰ ਮੈਂ ਜਿਵੇਂ ਤੁਹਾਡੇ ਤੋਂ ਸੁਣਿਆ ਔਰ ਮਾੜਾ ਮੋਟਾ ਕਿਤੇ ਸੁਣਿਆ, ਜਿਵੇਂ ਅੱਜ ਵੀ ਪ੍ਰੈਸ ਕਾਨਫਰੰਸ 'ਚੋਂ ਗੱਲ ਕਰ ਰਹੇ ਸੀ, ਹਰ ਚੀਜ਼ ਨੂੰ ਕਿਸੇ ਨੇ ਕੀ ਕਿਹਾ ਉਹਨੂੰ ਪ੍ਰੂਫ ਬਣਾ ਕੇ ਆਪਾਂ ਗੱਲ ਨਹੀਂ ਕਰ ਸਕਦੇ। ਔਰ ਕਿਹੜਾ ਬੰਦਾ ਕਹਿ ਰਿਹਾ, ਉਹਨਾਂ ਦੀ ਮਨਸ਼ਾ ਕੀ ਆ, ਉਹਨਾਂ ਦੀ ਕ੍ਰੈਡੀਬਿਲਿਟੀ ਕੀ ਆ, ਉਹ ਵੀ ਚੀਜ਼ਾਂ ਸਾਰੀਆਂ ਸਾਹਮਣੇ ਆ ਜਾਂਦੀਆਂ। ਦੇਖੋ ਸਿੱਧੂ ਮੂਸੇਵਾਲੇ ਦੀ ਪਰਸਨਲ ਲਾਈਫ ਸੀ, ਇੱਕ ਸਿੱਧੂ ਮੂਸੇਵਾਲੇ ਦੀ ਇੱਕ ਨਿੱਜੀ ਲਾਈਫ ਸੀ। ਸਿੱਧੂ ਮੂਸੇਵਾਲੇ ਦੇ ਬਹੁਤ ਫੈਨ ਸੀ, ਬੜੇ ਲੋਕ ਸੀ, ਬੜੇ ਜਾਣਕਾਰ ਸੀ ਉਹਦੇ। ਮਸਲਾ ਇਹ ਆ ਵੀ ਕੀ ਉਹਦਾ ਕਤਲ ਜਿਹੜਾ ਹੋਇਆ ਉਹਦੇ ਵਿੱਚ ਇਨਸਾਫ ਹੈ ਕਿ ਨਹੀਂ ਹੈ। ਅਗਰ ਆਪਾਂ ਕਤਲ ਨੂੰ ਵੀ ਜਸਟੀਫਾਈ ਕਰਨ ਲੱਗ ਪਾਂਗੇ ਵੀ ਉਹਦਾ ਕਤਲ ਜਾਇਜ਼ ਸੀ ਜਾਂ ਨਾਜਾਇਜ਼ ਸੀ, ਇਹ ਤਾਂ ਆਪਾਂ ਲੋਕਾਂ ਨੇ ਦੱਸਣਾ ਨਾ। ਤੁਸੀਂ ਉਹਦਾ ਕਤਲ ਹੋਇਆ ਸਰਕਾਰ ਦੀ ਲਾਪਰਵਾਹੀ ਕਰਕੇ ਹੋਇਆ। ਸਰਕਾਰ ਨੇ ਸਿਕਿਉਰਟੀਆਂ ਵਿਡਰਾਅ ਕੀਤੀਆਂ, ਉਹ ਸਵਾਲ ਅੱਜ ਵੀ ਕੋਈ ਨਹੀਂ ਚੱਕ ਰਿਹਾ।
ਉਹ ਵੀ ਅੱਜ ਦੇ ਸਮੇਂ 'ਚ ਉਹ ਇਹੀ ਕਹਿ ਰਹੇ ਆ ਨਾ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਸਾਨੂੰ ਪਤਾ ਚੱਲਿਆ ਵੀ ਇਹਨਾਂ ਦੀ ਸਿਕਿਉਰਿਟੀ ਵਿਡਰਾ ਹੋ ਗਈ ਤੇ ਅੱਜ ਸਰਕਾਰ ਨੇ ਅੱਜ ਤੱਕ ਕੀ ਐਕਸ਼ਨ ਲਿੱਤਾ ਉਹਨਾਂ ਬੰਦਿਆਂ ਦੇ ਉੱਤੇ। ਅੱਜ ਤੱਕ ਉਹ ਜਿਹੜੀ ਕੁੜੀ ਸੀਗੀ ਜਿਹਨੇ ਖਬਰ ਲੀਕ ਕੀਤੀ ਮੀਡੀਆ ਦੀ, ਅੱਜ ਤੱਕ ਕੀ ਐਕਸ਼ਨ ਲਿੱਤਾ ਸਰਕਾਰ ਨੇ ਉਹਦੇ ਉੱਤੇ? ਜਿਹੜੇ ਸਿਕਿਉਰਿਟੀ ਅਫਸਰਾਂ ਦੇ ਵੱਲੋਂ ਇਹ ਲੈਪਸ ਹੋਇਆ, ਕੀ ਐਕਸ਼ਨ ਲਿੱਤਾ? ਆਪਾਂ ਇੱਕ ਨਵੀਂ ਤੋਂ ਅਗਲੀ ਗੱਲ ਫੜ ਕੇ ਕਿਸੇ ਦੀ ਕਰੈਕਟਰ ਨੂੰ ਅਸੈਸੀਨੇਟ ਕਰ ਦੋ, ਕਿਸੇ ਨੂੰ ਨਹੀਂ ਕਰ ਦੋ। ਜਾਣ ਵਾਲਾ ਚਲਾ ਗਿਆ, ਗੋਲੀਆਂ ਮਾਰਨ ਵਾਲੇ ਜਿਨ੍ਹਾਂ ਦੇ ਕਹਿਣ ਤੇ ਮਾਰੀਆਂ ਉਹਨਾਂ 'ਚ ਅੱਜ ਕੋਈ ਕੁਛ ਪਤਾ ਨਹੀਂ ਆ ਕਿੱਥੇ ਕੌਣ ਕਿਹੜਾ ਕਿੱਥੇ ਬੈਠਾ। ਸੋ ਉਹ ਅੱਗੇ ਤੋਂ ਅੱਗੇ ਜਾਣ ਦੀ ਬਜਾਏ ਪਹਿਲਾਂ ਮੁੱਢਲੇ ਸਵਾਲਾਂ ਦੇ ਉੱਤੇ ਤਾਂ ਆਈਏ ਨਾ, ਪਹਿਲਾਂ ਮੁੱਢਲੇ ਸਵਾਲ ਦੇ ਉੱਤੇ ਤਾਂ ਆਈਏ, ਜ਼ਿੰਮੇਵਾਰ ਕੌਣ ਸੀ? ਜ਼ਿੰਮੇਵਾਰੀਆਂ ਫਿਕਸ ਕਰੀਏ। ਅਗਰ ਸਿੱਧੂ ਨੇ ਕਿਤੇ ਗਲਤ ਕੀਤਾ, ਰਾਜਾ ਵੜਿੰਗ ਨੇ ਕਿਤੇ ਗਲਤ ਕੀਤਾ, ਤੇ ਜੋ ਤੁਸੀਂ ਅਗਰ ਇਹਨਾਂ ਦੇ ਕੋਲ ਕਿਸੇ ਕੋਲ ਸਰਕਾਰ ਕੋਲ ਸਬੂਤ ਹੈਗੇ ਆ ਤੇ ਜੋ ਮਰਜ਼ੀ ਕਾਰਵਾਈ ਕਰ ਲਓ। ਸਵਾਲ ਇਸੇ ਕਰਕੇ ਬਣਦਾ ਕਿਉਂਕਿ ਰਾਜਾ ਵੜਿੰਗ ਦਾ ਵੀ ਜ਼ਿਕਰ ਕਰ ਦਿੱਤਾ ਉਹਨਾਂ ਨੇ। ਕਹਿੰਦੇ ਕਿ ਜਿਹੜੇ ਲੋਕਾਂ ਨੇ ਪਨਾਹ ਦਿੱਤੀ ਜਾਂ ਜਿਨ੍ਹਾਂ ਦੇ ਲੋਕਾਂ ਨੇ ਸ਼ਮੂਲੀਅਤ ਸੀਗੀ ਉਹਨਾਂ ਨੂੰ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਦੇ ਰੱਖ ਰਖਾਵ ਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਭੇਜਣ ਤੱਕ ਦਾ ਸਾਰਾ ਹੱਥ ਪਿੱਛੇ ਸੀਗਾ। ਦੇਖੋ ਜੋ ਮਰਜ਼ੀ ਇਹ ਬੋਲੀ ਜਾਣ, ਜੋ ਮਰਜ਼ੀ ਕੋਈ ਕਹੀ ਜਾਵੇ, ਮਸਲਾ ਕੀ ਆ ਵੀ ਇੱਕ ਸਿੱਧੂ ਮੂਸੇਵਾਲਾ ਇੱਕ ਨੌਜਵਾਨ ਸੀ, ਇੱਕ ਪੰਜਾਬ ਦੀ ਇੱਕ ਪਹਿਚਾਨ ਸੀ, ਆਵਾਜ਼। ਅੱਜ ਉਹਦੇ ਕਾਤਲ ਕਿੱਥੇ ਬੈਠੇ ਆ, ਪੰਜਾਬ ਪੁਲਿਸ ਨੂੰ ਕੁਝ ਨਹੀਂ ਪਤਾ। ਅੱਜ ਜਿਹੜੇ ਬੰਦਿਆਂ ਨੇ ਇਨਫੋਰਮੇਸ਼ਨਾਂ ਲੀਕ ਕੀਤੀਆਂ, ਜਿਨ੍ਹਾਂ ਨੇ ਆਪਣੇ ਪਬਲਿਸਿਟੀ ਸਟੰਟ ਕੀਤੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ। ਆਹ ਮੁੱਢਲੇ ਸਵਾਲ ਆ। ਇਹਦੇ ਆਲੇ ਦੁਆਲੇ ਜਿੰਨਾ ਮਰਜ਼ੀ ਘੁਮਾਈ ਚੱਲੋ ਵੀ ਕਿਸੇ ਨੇ ਕੀ ਕਰਤਾ, ਕਿਸੇ ਨੇ ਉਹਨੂੰ ਜਸਟੀਫਿਕੇਸ਼ਨਾਂ ਦੇਈ ਚੱਲੋ, ਉਹਦੀਆਂ ਜੋ ਮਰਜ਼ੀ ਕਰੀ ਚੱਲੋ। ਦੇਖੋ ਜੋ ਵਿੱਕੀ ਦੀ ਜਦੋਂ ਮੌਤ ਹੋਈ, ਸੇਮ ਸਵਾਲ ਉਦੋਂ ਖੜੇ ਹੁੰਦੇ। ਵਿੱਕੀ ਦੇ ਕਾਤਲਾਂ ਦਾ ਅੱਜ ਤੱਕ ਨਹੀਂ ਪਤਾ ਚੱਲਿਆ, ਕਿਹੜੇ ਬੰਦਿਆਂ ਨੇ ਕਿਉਂ ਮਾਰਿਆ ਗਿਆ ਅੱਜ ਤੱਕ ਨਹੀਂ ਪਤਾ ਚੱਲਿਆ। ਉਹਨੇ ਸਿਕਿਉਰਿਟੀ ਮੰਗੀ ਸੀ, ਉਦੋਂ ਨਹੀਂ ਮੰਗੀ ਸੀ, ਉਹਦੀ ਕੋਈ ਗੱਲਬਾਤ ਨਹੀਂ ਹੈਗੀ। ਲੇਕਿਨ ਅੱਜ ਸਵਾਲ ਕਿਸ ਮਸਲੇ ਦੇ ਉੱਤੇ ਖੜੇ ਹੁੰਦੇ ਆ। ਅੱਜ ਉਹਦੇ ਭਰਾ ਵੀ ਸਿਕਿਉਰਿਟੀ ਮੰਗ ਰਿਹਾ ਅਜੇਪਾਲ, ਅੱਜ ਉਹਨੂੰ ਵੀ ਪ੍ਰੋਟੈਕਟ ਕਰਨਾ ਫਰਜ਼ ਬਣਦਾ। ਸੋ ਮੇਰਾ ਸਿਰਫ ਇਹ ਸਵਾਲ ਆ, ਅਸੀਂ ਉਹਨਾਂ ਦੀ ਰਾਜਨੀਤੀ ਕੀ ਸੀ? ਉਹ ਮਤਲਬ ਮੰਨ ਲਓ ਕੱਲ ਨੂੰ ਆਪਾਂ ਜਿਹੜੇ ਗੈਂਗਸਟਰ ਆ ਉਹਨਾਂ ਦੀ ਰਾਜਨੀਤੀ 'ਚ ਵੜ ਜਾਈਏ ਵੀ ਗੈਂਗਸਟਰਾਂ ਨੇ ਇਹਨੇ ਆ ਕਿਹਾ, ਉਹਦੀ ਜਸਟੀਫਿਕੇਸ਼ਨਾਂ ਦੇਣ ਲੱਗ ਪਈਏ। ਕੱਲ ਨੂੰ ਮੈਂ ਕਹਿੰਦਾ ਗੈਂਗਸਟਰਾਂ ਦੇ ਵਿੱਚ ਆਪਸੀ ਉਹਨਾਂ ਦੇ ਬਥੇਰੇ ਕਲੇਸ਼ ਆ, ਬਥੇਰਾ ਉਹਨਾਂ ਦਾ ਰਾਮ ਰੌਲਾ ਵਾ, ਕਿਸੇ ਦਾ ਕਿਤੋਂ ਸ਼ੁਰੂ ਹੋਇਆ, ਆਪਾਂ ਉਹਦੇ ਵਿੱਚ ਥੋੜਾ ਵੜ ਜਾਣਾ। ਬਤੌਰ ਤੁਸੀਂ ਸਰਕਾਰ ਉਹਦੇ ਵਿੱਚ ਵੜੂਗੀ। ਸਰਕਾਰ ਦਾ ਫਰਜ਼ ਆ ਵੀ ਆਪਣੇ ਹਰ ਸਿਟੀਜ਼ਨ ਨੂੰ ਜਿਹੜਾ ਭਾਵੇਂ ਜਿਹੜਾ ਕ੍ਰਿਮੀਨਲ ਵੀ ਆ ਉਹਨੂੰ ਵੀ ਜੇਲ੍ਹ ਵਿੱਚ ਰੱਖਦੇ ਆ, ਤੇ ਉਹਦੀ ਵੀ ਪ੍ਰੋਟੈਕਸ਼ਨ ਦੀ ਗੱਲ ਹੁੰਦੀ ਆ ਵੀ ਜੇਲ੍ਹ ਦੇ ਵਿੱਚ ਉਹ ਸਿਟੀਜ਼ਨ ਜਿਹੜਾ ਵੀ ਕੋਈ ਨਾਗਰਿਕ ਆ, ਉਹ ਸਟੇਟ ਦਾ ਜ਼ਿੰਮੇਵਾਰੀ ਹੋਊਗੀ। ਹੀ ਬਾਕੀ ਨਾਗਰਿਕਾਂ ਦੀ ਵੀ ਆ। ਸਟੇਟ ਆਪਣੀ ਜ਼ਿੰਮੇਵਾਰੀ ਤੋਂ ਕਿੱਥੇ ਵੱਡੇ ਸਵਾਲ ਸਿੱਧੂ ਨੇ ਕੀ ਕੀਤਾ, ਕਿਸੇ ਨੇ ਕੀ ਕੀਤਾ, ਉਹ ਸਵਾਲ ਏਡੇ ਇੰਪੋਰਟੈਂਟ ਨਹੀਂ ਆ। ਇਹ ਮੈਟਰ ਆ ਵੀ ਜਿਨ੍ਹਾਂ ਲੋਕਾਂ ਦੇ ਜ਼ਿੰਮੇਵਾਰੀਆਂ ਸੀ ਜਾਨਾਂ ਨੂੰ ਮਹਿਫੂਜ਼ ਰੱਖਣ ਦੀਆਂ, ਉਹਨਾਂ ਬੰਦਿਆਂ ਨੇ ਕੀ ਕੀਤਾ। ਬੜੀ ਹੈਰਾਨੀ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਹੀ ਦਿੱਤਾ। ਢਿੱਲੋਂ ਸਾਹਿਬ, ਤੁਸੀਂ ਤੁਹਾਡੀ ਗੱਲ ਕਰਦੇ ਆ, ਤੁਸੀਂ ਵੀ ਉਸੇ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋ ਜਿੱਥੇ ਬਾਕੀ ਤੁਹਾਡੇ ਨਾਲ ਸਾਥੀ ਇਹ ਵੀ ਸੀਗੇ। ਵਿੱਕੀ ਮਿਡੂ ਖੜਾ ਦੀ ਅਸੀਂ ਗੱਲ ਕਰ ਲਈਏ, ਲਾਰੈਂਸ ਬਿਸ਼ਨੋਈ ਦਾ ਵੀ ਅਕਸਰ ਉੱਥੇ ਆਉਣਾ ਜਾਣਾ ਹੁੰਦਾ ਸੀਗਾ। ਇਹ ਇਸ ਰਾਹ ਤੇ ਪਾਉਣ ਦੀ ਕਵਾਇਦ ਜਿਹੜੀ ਹੈ ਇਹ ਬੜੀ ਦਰਦਨਾਕ ਵੀ ਹੈ, ਬੜੀ ਹੈਰਾਨੀ ਨੂੰ ਵੀ ਹੈਗੀ ਆ। ਕਹਿੰਦੇ ਕਿ ਸਿਆਸੀ ਲਾਹਾ ਜਿੱਧਰਲੇ ਪਾਸੇ ਪੈਸਾ ਦਿਸ ਜਾਂਦਾ ਉਧਰਲੇ ਪਾਸੇ ਨੂੰ ਸਿਆਸਤ ਹੋ ਵੜਦੀ ਹੈ। ਇਹ ਬੜੇ ਵੱਡੇ ਇਲਜ਼ਾਮ ਨੇ। ਬਹੁਤ ਸਾਰੇ ਚਿੰਤਕ ਵੀ ਇਹ ਗੱਲ ਕਹਿੰਦੇ ਕਿ ਇੱਧਰਲੇ ਪਾਸੇ ਗੈਂਗਸਟਰ ਵਾਲੇ ਪਾਸੇ ਪੈਸਾ ਵਧਿਆ ਤਾਂ ਇੱਧਰਲੇ ਪਾਸੇ ਨੂੰ ਹਿੱਸੇਪੱਤੀ ਹੋ ਗਈ, ਕਲਾਕਾਰਾਂ ਵਾਲੇ ਪਾਸੇ ਪੈਸਾ ਵਧਿਆ ਉਧਰਲੇ ਪਾਸੇ ਨੂੰ ਹਿੱਸੇਪੱਤੀ ਹੋ ਗਈ। ਬੜੇ ਵੱਡੇ ਇਲਜ਼ਾਮ ਨੇ ਸਿਆਸੀ ਜਿਹੜੇ ਲੋਕ ਸਿਆਸੀ ਕਿਰਦਾਰ ਦੇ ਵਿੱਚ ਹੈਗੇ ਨੇ। ਦੇਖੋ ਪੰਜਾਬ ਦੇ ਵਿੱਚ ਅੱਜ ਦੋ ਹਾਲਾਤ ਆ, ਇੰਟੈਲੈਕਚੁਅਲ ਬੈਂਕਰਪਸੀ ਆ। ਅਸੀਂ ਤਾਂ ਇਹ ਮੰਨਦੇ ਹਾਂ ਪੰਜਾਬ ਦੇ ਸਾਹਿਤ, ਪੰਜਾਬ ਦਾ ਲਿਟਰੇਚਰ, ਪੰਜਾਬ ਦੀ ਹਿਸਟਰੀ ਅੱਜ ਬਹੁਤ ਘੱਟ ਲੋਕ ਨੂੰ ਪੜ੍ਹਦੇ ਆ ਜਾਂ ਉਹਦੇ ਵਿੱਚ ਖੁੱਭਦੇ ਆ ਔਰ ਉਸ ਹਿਸਾਬ ਨਾਲ ਫੈਸਲੇ ਕਰਦੇ ਆ। WhatsApp ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ 2-2 ਮਿੰਟ ਦੀਆਂ ਚੀਜ਼ਾਂ ਨੂੰ ਪੜ੍ਹ ਕੇ ਕਈ ਲੋਕ ਆਪਣੇ ਆਪ ਨੂੰ ਬਹੁਤ ਮਤਲਬ ਵੱਡੇ ਵਿਦਵਾਨ ਵੀ ਸਮਝ ਲੈਂਦੇ ਆ। ਨੌਜਵਾਨ ਦੇ ਵਿੱਚ ਜਦੋਂ ਯੂਨੀਵਰਸਿਟੀਆਂ ਵਿੱਚ ਵੀ ਸੀਗੇ, ਇੱਕ ਤੁਸੀਂ ਅਗਰ ਵੇਖੋਗੇ ਤੇ ਇਹਨਾਂ ਦੇ ਕੋਲ ਰਾਹ ਚੁਣਨ ਦਾ ਮੌਕਾ ਹੁੰਦਾ ਵੀ ਮੈਂ ਆਹ ਰਾਹ ਤੇ ਚੱਲਣਾ ਜਿੱਥੇ ਲੰਬਾ ਸੰਘਰਸ਼ ਆ, ਜਿੱਥੇ ਸ਼ਾਇਦ ਮੈਨੂੰ ਕੱਲ ਨੂੰ ਰੋਜੀ ਰੋਟੀ ਨਹੀਂ ਮਿਲੂਗੀ, ਕੱਲ ਨੂੰ ਮੈਨੂੰ ਬਾਹਰ ਵੀ ਜਾਣਾ ਪਊਗਾ, ਮੈਨੂੰ ਮਿਹਨਤ ਕਰਨੀ ਪਊਗੀ। ਦੂਜੇ ਪਾਸੇ ਇੰਸਟੈਂਟ ਸਕਸੈਸ ਆ। ਅਗਰ ਆਪਾਂ ਇਹ ਕਹੀਏ ਵੀ ਉੱਥੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬਹੁਤ ਛੇਤੀ ਰੁਪਈਆ ਵੀ ਕਮਾ ਲਾਂਗੇ, ਉਹਨਾਂ ਨੂੰ ਲੱਗਦਾ ਬਹੁਤ ਛੇਤੀ ਅਸੀਂ ਉੱਥੇ ਮਸ਼ਹੂਰ ਵੀ ਹੋ ਜਾਵਾਂਗੇ ਔਰ ਸ਼ਾਇਦ ਜਿਹੜੀ ਉਹਨਾਂ ਦੀ ਸਾਡੀ ਜ਼ਿੰਦਗੀ, ਮੈਂ ਕਈ ਬੰਦਿਆਂ ਨਾਲ ਇਹ ਸੋਚ ਕੇ ਕਹਿੰਦਾ ਵੀ ਮਰਨਾ ਤਾਂ ਹੈ ਹੀ ਆ ਤੇ ਕਿਉਂ ਮਰ ਕੇ ਮਰਨਾ, ਇੱਕ ਵਾਰ 'ਚ ਹੀ ਮਰ ਜੀਏ। ਇਹ ਮਾਨਸਿਕਤਾ ਨੌਜਵਾਨਾਂ ਦੇ ਵਿੱਚ, ਔਰ ਮਰਨਾ ਵੀ ਪਹਿਲਾਂ ਕੋਈ ਮਰਦਾ ਸੀਗਾ, ਕੋਈ ਮਰਨ ਤੋਂ ਕੋਈ ਅੱਜ ਵੀ ਪੰਜਾਬੀ ਜਿਹੜਾ ਵਾ ਉਹ ਮੌਤ ਤੋਂ ਬੇਖੌਫ ਆ। ਮਤਲਬ ਅਗਰ ਤੁਸੀਂ ਕਹੋਗੇ ਵੀ ਪੰਜਾਬੀਆਂ ਨੂੰ ਕੁਰਬਾਨੀਆਂ ਦੇਣੀਆਂ ਪੈਣ, ਬੜਾ ਗੌਰਵਮਈ ਇਤਿਹਾਸ ਆ। ਲੇਕਿਨ ਪਹਿਲਾਂ ਉਹ ਸੂਬੇ ਲਈ ਹੁੰਦੀਆਂ ਸੀ, ਧਰਮ ਲਈ ਹੁੰਦੀਆਂ ਸੀ, ਆਪਣੇ ਹੱਕਾਂ ਲਈ ਹੁੰਦੀਆਂ ਸੀ। ਅੱਜ ਉਹ ਆਪਣੇ ਆਪ ਦੇ ਉੱਤੇ ਆ ਗਈਆਂ ਵੀ
ਵੀ ਮੇਰੇ ਨਾਲ ਇਹਨੇ ਐ ਕੀਤਾ ਤੇ ਅੱਜ ਗੋਲੀ ਮਾਰ ਦਿੰਦੇ ਮਿੰਟੋ ਮਿੰਟੀ। ਸੋ ਇਹ ਤਾਂ ਇੱਕ ਪੰਜਾਬ ਦੀ ਤਰਾਸ਼ਦੀ ਆ। ਹੁਣ ਇਹਦੇ ਵਿੱਚੋਂ ਲੀਡਰ ਵੀ ਕਸੂਰਵਾਰ ਆ, ਇਹਦੇ ਵਿੱਚ ਪਿੰਡ ਦਾ ਸਰਪੰਚ ਵੀ ਕਸੂਰਵਾਰ ਆ, ਇਹਦੇ ਵਿੱਚ ਆਪਣੇ ਟੀਚਰ ਵੀ ਕਸੂਰਵਾਰ ਆ, ਔਰ ਇਹਦੇ ਵਿੱਚ ਮਾਪਿਓ ਵੀ ਕਸੂਰਵਾਰ ਆ। ਕਿਸੇ ਇੱਕ ਬੰਦੇ ਤੋਂ ਤੁਸੀਂ ਜ਼ਿੰਮੇਵਾਰੀ ਬਾਹਰ ਨਹੀਂ ਕੱਢ ਸਕਦੇ ਵੀ ਤੁਸੀਂ ਇਕੱਲਾ ਸਿਆਸਤਦਾਨਾਂ ਦੇ ਉੱਤੇ ਠੋਕ ਦਿਓ। ਇਹ ਨਹੀਂ ਵੀ ਅਸੀਂ ਰਾਜਨੀਤੀ 'ਚ, ਅਸੀਂ ਕੋਈ ਰਾਜਨੀਤੀ 'ਚ ਕੋਈ ਸਿਆਸਤਦਾਨ ਨਹੀਂ, ਅਸੀਂ ਕੋਈ ਸਟੈਬਲਿਸ਼ ਲੀਡਰ ਨਹੀਂ ਆ। ਅਸੀਂ ਵੀ ਆਮ ਘਰਾਂ 'ਚ ਉੱਠੇ ਮੁੰਡੇ ਆ, ਅਸੀਂ ਵੀ ਯੂਨੀਵਰਸਿਟੀਆਂ 'ਚੋਂ ਨਿਕਲੇ ਆ, ਅਸੀਂ ਵੀ ਕੋਈ ਸਾਡੇ ਉੱਤੇ ਮਾਈ ਬਾਪ ਨਹੀਂ ਸੀਗੇ, ਸਾਡੇ ਕੋਈ ਪਿੱਛੇ ਸਰਮਾਏਦਾਰ ਨਹੀਂ ਸੀਗੇ, ਸਾਨੂੰ ਕੋਈ ਸਪੋਰਟ ਕਰਨ ਵਾਲੇ ਨਹੀਂ ਸੀਗੇ। ਲੇਕਿਨ ਸੰਘਰਸ਼ ਦਾ ਰਸਤਾ ਇਹ ਕੋਈ ਸੌਖਾ ਰਸਤਾ ਨਹੀਂ ਆ। ਅੱਜ ਵੀ ਪਾਰਟੀ ਦੇ ਵਿੱਚ ਮੈਂ ਇਲੈਕਸ਼ਨ ਆ ਰਿਹਾ, ਹਾਰਨ ਤੋਂ ਬਾਅਦ ਦੁਬਾਰਾ ਆਪਣੇ ਆਪ ਨੂੰ ਕਾਇਮ ਕਰਨਾ, ਦੁਬਾਰਾ ਆਪਣੇ ਆਪ ਨੂੰ ਉੱਠਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਠੀਕ ਆ, ਲੋਕਾਂ ਵਾਸਤੇ ਕਹਿਣਾ ਬਹੁਤ ਸੌਖਾ ਵੀ ਹਾਂ ਕਾਂਗਰਸ ਪਾਰਟੀ ਦੀ ਟਿਕਟ ਲੈਣੀ ਵੀ ਕੋਈ ਸੌਖੀ ਗੱਲ ਨਹੀਂ ਆ। ਅਗਰ ਕਾਂਗਰਸ ਪਾਰਟੀ ਏਡੀ ਵੱਡੀ ਅੱਜ ਭਾਵੇਂ ਜਿਹੋ ਜਿਹਾ ਮਰਜ਼ੀ ਦੌਰ ਹੋਵੇ, ਲੇਕਿਨ ਕਾਂਗਰਸ ਪਾਰਟੀ ਦੀ ਇੱਕ ਬੜਾ ਹਿਸਟਰੀ ਰਹੀ ਆ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਨੌਜਵਾਨਾਂ ਨੂੰ ਸੋਚਣਾ ਪਊਗਾ। ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਨੌਜਵਾਨ, ਬਹੁਤ ਛੇਤੀ ਆਕਰਸ਼ਿਤ ਹੋ ਜਾਂਦਾ ਇਹ ਚੀਜ਼ਾਂ ਵੱਲ, ਔਰ ਉਹਦੇ ਨਤੀਜੇ ਅਸੀਂ ਜਦੋਂ ਤੁਹਾਨੂੰ ਯਾਦ ਹੋਊਗਾ ਇੱਥੇ ਹੀ ਇਸੇ PCC ਕਾਂਗਰਸ ਭਵਨ ਦੇ ਵਿੱਚ ਸ਼ੇਰੇ ਦੇ ਫਾਦਰ ਨੂੰ ਲੈ ਕੇ ਆਏ ਸੀ, ਵਿੱਕੀ ਦੇ ਫਾਦਰ ਨੂੰ ਲੈ ਕੇ ਆਏ ਸੀ, ਔਰ ਦੱਸਿਆ ਸੀ ਵੀ ਨੌਜਵਾਨੋ ਤੁਸੀਂ ਤਾਂ ਚਲੇ ਜਾਣਾ, ਮਗਰੋਂ ਮਾਂ ਪਿਓ ਨੂੰ ਕੌਣ ਸੰਭੂਗਾ, ਮਗਰੋਂ ਮਾਪਿਆਂ ਤੇ, ਮਗਰੋਂ ਜਵਾਨ ਭੈਣਾਂ ਤੇ ਕੀ ਬੀਤੂਗੀ, ਜਵਾਨ ਭਰਾਵਾਂ ਤੇ ਕੀ ਬੀਤੂਗੀ। ਸਾਰੀ ਉਮਰ ਉਹਨਾਂ ਨੂੰ ਇਸ ਦਰਦ ਦੇ ਨਾਲ ਜੀਣਾ ਪਊਗਾ। ਸਿੱਧੂ ਵੀ ਅੱਜ ਚਲਾ ਗਿਆ ਤਾਂ ਅੱਜ ਸਜ਼ਾ ਤਾਂ ਮਾਂ ਪਿਓ ਨੂੰ ਆ ਨਾ। ਸਿੱਧੂ ਅੱਜ ਆਪਣੇ ਵਿੱਚ ਨਹੀਂ ਹੈਗਾ, ਠੀਕ ਆ, ਉਹਦੇ ਫੈਨ ਆ, ਕੋਈ ਇੱਕ ਟਵੀਟ ਪਾ ਦੂਗਾ, ਕੋਈ 4 ਦਿਨ ਸਾਡੇ ਵਰਗੇ ਜਾਣਗੇ, ਕੋਈ ਧਰਨਾ ਮਾਰ ਲੂਗਾ, ਕੋਈ ਕੁਛ ਕਰ ਲੂਗਾ, ਲੇਕਿਨ ਮਾਂ ਪਿਓ ਨੇ ਰੋਜ਼ ਜੀਣਾ, ਰੋਜ਼ ਮਰਨਾ। ਸੋ ਇਹ ਤਾਂ ਨੌਜਵਾਨਾਂ ਨੂੰ ਸੋਚਣਾ ਪਊਗਾ। ਸ਼ਾਇਦ ਉਹਨਾਂ ਦਾ ਮੋਹ ਪਿਆਰ ਆਪਣੇ ਮਾਂ ਪਿਓ ਪ੍ਰਤੀ ਖਤਮ ਹੋ ਜਾਂਦਾ ਔਰ ਆਪਣੇ ਪਰਿਵਾਰ ਪ੍ਰਤੀ, ਕਿਉਂਕਿ ਉਹਨਾਂ ਨੇ ਮਾਂ ਅੱਜ ਵੀ, ਪਿਓ ਜਦੋਂ ਸ਼ੇਰੇ ਦਾ ਵੀ ਆਇਆ ਸੀ ਉਹ ਉਵੇਂ ਹੀ ਰੋ ਰਿਹਾ ਸੀ, ਉਹਦੀ ਅੱਖਾਂ 'ਚ ਅੱਜ ਵੀ ਅੱਥਰੂ ਆ ਜਾਂਦੇ ਆਪਣੇ ਮੁੰਡੇ ਨੂੰ ਯਾਦ ਕਰਕੇ। ਉਹਦੇ ਵਾਸਤੇ, ਦੁਨੀਆ ਵਾਸਤੇ ਸ਼ੇਰਾ ਕ੍ਰਿਮੀਨਲ ਸੀ, ਉਹਦੇ ਵਾਸਤੇ ਉਹਦਾ ਪੁੱਤ ਸੀ। ਉਵੇਂ ਭਾਵੇਂ ਲਾਰੈਂਸ ਦੀ ਮਾਤਾ ਅੱਜ ਵੀ ਤਰੀਕ ਦੇ ਉੱਤੇ ਜਦੋਂ ਜਾਂਦੀ ਆ ਤੇ ਉਹਦੇ ਮਨ 'ਚ ਆਪਣੇ ਪੁੱਤ ਵਾਸਤੇ ਜਾਂਦੀ ਆ। ਉਹਦੇ ਵਾਸਤੇ ਲਾਰੈਂਸ ਕੋਈ ਕ੍ਰਿਮੀਨਲ, ਕੋਈ ਗੈਂਗਸਟਰ ਨਹੀਂ ਆ। ਦੁਨੀਆ ਵਾਸਤੇ ਉਹ ਡਾਊਨ ਹੋ ਸਕਦਾ, ਲੇਕਿਨ ਉਹਨਾਂ ਵਾਸਤੇ ਉਹਨਾਂ ਦਾ ਬੱਚਾ ਹੀ ਆ। ਔਰ ਮੈਂ ਉਹੀ ਕਹਿੰਦਾ ਵੀ ਔਰ ਵੀ ਬੜੇ ਨੌਜਵਾਨ ਆ, ਠੀਕ ਆ, ਜਿਹੜੇ ਅੱਜ ਇਸ ਰਾਹ ਦੇ ਉੱਤੇ ਚੱਲਣ ਤੇ ਸੋਚ ਨਹੀਂ ਰਹੇ। ਜਿਸ ਦਿਨ ਨੌਜਵਾਨ ਨੂੰ ਆਪਾਂ ਉਹਨੂੰ ਉਹਦੀ ਜਿਹੜੀ ਸੋਚਣ ਦੀ ਜਿਹੜੀ ਆ ਏਜ ਹੁੰਦੀ ਆ 15 ਸਾਲ ਤੋਂ 22-23 ਸਾਲ ਤੱਕ, ਜਦੋਂ ਆਪਾਂ ਇਹਨਾਂ ਤੇ ਫੋਕਸ ਲਿਆਵਾਂਗੇ, ਐਜੂਕੇਸ਼ਨ ਸਿਸਟਮ ਦਾ ਫੋਕਸ ਆਊਗਾ, ਪੁਲਿਸ ਸਟੇਟ ਦਾ ਜਿਹੜਾ ਪੁਲਿਸ ਕੀ ਕਰਦੀ ਆ, ਫੜ ਕੇ ਅੰਦਰ ਦੇ ਦਿੱਤੇ ਗੈਂਗਸਟਰ, ਉਸ ਤੋਂ ਬਾਅਦ ਉਹ ਗੈਂਗਸਟਰ ਅੱਗੇ ਤੋਂ ਅੱਗੇ ਵੱਧਦੇ ਹੀ ਜਾਂਦੇ ਆ। ਆਪਾਂ ਕਦੀ ਇਹ ਰਿਹੈਬਿਲਿਟੇਸ਼ਨ ਪ੍ਰੋਗਰਾਮ ਨਹੀਂ ਹੈਗਾ ਆਪਣੇ ਨੌਜਵਾਨਾਂ ਨੂੰ ਇਸ ਰਾਹ ਦੇ ਉੱਤੇ ਤੋਰਨ ਦਾ ਕੋਈ ਮਾਹੌਲ ਨਹੀਂ ਹੈਗਾ। ਸੋ ਇਹ ਵੱਡੇ ਸਵਾਲ ਆ ਜਿਨ੍ਹਾਂ ਦਾ ਸ਼ਾਇਦ ਸਿਆਸਤਦਾਨਾਂ ਨੂੰ ਜਵਾਬ ਦੇਣੇ ਪੈਣਗੇ। ਅਸੀਂ ਇਸ ਚੀਜ਼ ਚੋਂ ਨਿਕਲੇ ਆ, ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ, ਲੇਕਿਨ ਸਾਡੇ ਕੋਲ ਇੰਨੀ ਤਾਕਤ ਨਹੀਂ ਹੈਗੀ। ਸਾਹਿਬ, ਜੇ ਤੁਹਾਡੀ ਗੱਲ ਕਰੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਵੀ ਉਸੇ ਦੌਰ ਦੇ ਵਿੱਚੋਂ ਨਿਕਲੇ ਹੋ, ਪਰ ਨਾਲ ਦੀ ਨਾਲ ਇਹ ਵੀ ਚੀਜ਼ ਆ ਕਿ ਕੁਝ ਨਿੱਜੀ ਚੈਨਲਾਂ ਦੇ ਵੱਲੋਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ। ਤੁਸੀਂ ਵੀ ਥੋੜਾ ਸਮਾਂ ਪਹਿਲਾਂ ਇਤਰਾਜ਼ ਜਤਾ ਰਹੇ ਸੀਗੇ ਕਿ ਸਰਕਾਰ ਜਿਵੇਂ ਕਹਿੰਦੀ ਆ ਉਸੇ ਤਰੀਕੇ ਨਾਲ ਕਹਾਣੀਆਂ ਘੜੀਆਂ ਜਾਂਦੀਆਂ ਨੇ, ਉਹੀ ਲੋਕਾਂ ਮੂਹਰੇ ਪ੍ਰੈਜ਼ੈਂਟ ਕਰ ਦਿੱਤੀਆਂ ਜਾਂਦੀਆਂ ਤੇ ਉਸਦੇ ਨਤੀਜੇ ਜਿਹੜੇ ਨੇ ਬੜੇ ਭਿਆਨਕ ਹੋ ਸਕਦੇ ਨੇ। ਲੱਗਦਾ ਕਿ ਇਸ ਵੇਲੇ ਉਹਨਾਂ ਨੂੰ ਵੀ, ਸਾਰੇ ਚੈਨਲਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਉਸ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਕਿ ਜਿਹੜੀ ਖਬਰ ਹੈ ਖਬਰ ਦੇ ਰੂਪ ਦੇ ਵਿੱਚ ਪਹੁੰਚੇ। ਦੇਖੋ, ਅੱਜ ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦਿੰਦਾ। ਦਲਜੀਤ ਗਿਲਜੀਆਂ ਨੂੰ ਕੱਲ ਫੜਿਆ ਗਿਆ। ਅੱਜ ਦੁਨੀਆ ਦੀ ਨਜ਼ਰ ਦੇ ਵਿੱਚ ਮੈਂ ਵੇਖਿਆ ਕਈ ਲੋਕ ਜਿਨ੍ਹਾਂ ਨੂੰ ਸ਼ਾਇਦ ਮੈਂ ਕਹੂੰਗਾ ਵੀ ਆਪ ਚੋਰ ਡਾਕੂ ਹੁੰਦੇ ਆ, ਪਤਾ ਨਹੀਂ ਕਿੰਨੇ ਲੁੱਟ ਖੋਹਾਂ ਕੀਤੀਆਂ ਹੋਣਗੀਆਂ, ਪਤਾ ਨਹੀਂ ਕਿਸੇ ਦਾ ਹੱਕ ਮਾਰਿਆ ਹੋਊਗਾ, ਥੱਲੇ ਕਮੈਂਟ ਐਂ ਕਰਦੇ ਜਿਵੇਂ ਕ੍ਰਾਂਤੀਕਾਰੀ ਆ। ਕਿਉਂਕਿ ਦਲਜੀਤ ਗਿਲਜੀਆਂ ਦੇ ਬਾਰੇ ਕੋਈ ਨਹੀਂ ਜਾਣਦਾ। ਉਹਦੀ ਪੜ੍ਹਿਆ ਲਿਖਿਆ ਨੌਜਵਾਨ ਆ, ਵਧੀਆ ਇੱਕ ਬੈਕਗਰਾਊਂਡ ਤੋਂ ਆ। RTIਆਂ ਦੇ ਵਿੱਚ ਉਸ ਬੰਦੇ ਨੇ ਬਹੁਤ ਖੁਲਾਸੇ ਕੀਤੇ ਆ, ਭਾਵੇਂ ਨਵਜੋਤ ਸਿੱਧੂ ਹੋਣ, ਉਹਨਾਂ ਨੇ ਬਹੁਤ ਆਪਣਾ ਕੀ ਕਹਿੰਦੇ ਸਹੀ ਇਨਫੋਰਮੇਸ਼ਨ ਦਿੱਤੀ। ਅੱਜ ਵੀ ਉਹ ਕਾਂਗਰਸ ਪਾਰਟੀ ਦੇ ਵਿੱਚ ਇਹ ਆਪਣਾ ਕੰਮ ਕਰ ਰਿਹਾ ਸੀ, ਆਪਣੇ ਪਿਓ ਦੀ ਪੈਰਵਾਈ ਕਰ ਰਿਹਾ ਸੀ। ਮੈਂ ਐਗਜ਼ਾਮਪਲ ਕਿਉਂ ਦੇ ਰਿਹਾ, ਲੇਕਿਨ ਚੈਨਲਾਂ ਨੇ, ਮੈਂ ਕਹੂੰਗਾ ਚੈਨਲਾਂ ਨੇ ਅੱਜ ਸਰਕਾਰ ਦੇ ਪ੍ਰੈਸ਼ਰ 'ਚ, ਇੱਕ ਅਨਡਿਕਲੇਅਰਡ ਐਮਰਜੈਂਸੀ ਆ, ਮੈਂ ਉਮੀਦ ਕਰਦਾ ਤੁਸੀਂ ਲੋਕ ਇਹ ਜ਼ਰੂਰ ਚਲਾਓਗੇ, ਲੇਕਿਨ ਮੈਂ ਇਹ ਕਹੂੰਗਾ ਵੀ ਕਈ ਚੈਨਲ ਐਡ ਲੈਣ ਦੇ ਚੱਕਰ 'ਚ ਅੱਜ ਸਰਕਾਰ ਦੀ ਟਿਊਨ ਦੇ ਹਿਸਾਬ ਨਾਲ ਚੱਲਣ ਲੱਗ ਪਏ ਆ, ਜੋ ਕਿ ਉਹ ਵੀ ਡੈਮੋਕ੍ਰੇਸੀ ਵਾਸਤੇ, ਆ ਨੌਜਵਾਨਾਂ ਵਾਸਤੇ ਉਨਾ ਹੀ ਖਤਰਨਾਕ ਆ। ਜਦੋਂ ਆਪਾਂ ਇੱਕ ਸਟੇਟ ਨੂੰ ਸਰਕਾਰ ਦੇ ਹਿਸਾਬ ਨਾਲ ਚਲਾ, ਫਿਰ ਤਾਂ ਜੋ ਸਰਕਾਰ ਨੈਰੇਟਿਵ ਦਊਗੀ, ਸਰਕਾਰ ਜਿਹਨੂੰ ਗੁੰਡਾ ਕਹਿ ਦੂਗੀ ਗੁੰਡਾ ਵਾ, ਜਿਹਨੂੰ ਚੋਰ ਕਹਿ ਦੂਗੀ ਚੋਰ ਆ, ਜਿਹਨੂੰ ਡਾਕੂ ਕਹਿ ਦੂਗੀ ਡਾਕੂ ਆ, ਜਿਹਨੂੰ ਸਾਧ ਕਹਿ ਦੂਗੀ ਸਾਧ ਆ। ਸੋ ਇਹ ਤਾਂ ਆਪਾਂ ਸਾਰਿਆਂ ਨੂੰ, ਉਹ ਲੋਕਾਂ ਨੂੰ ਜ਼ਿੰਮੇਵਾਰੀ ਚੱਕਣੀ ਪਊਗੀ ਕਿ ਆਪਾਂ ਪੰਜਾਬ ਦੇ ਵਿੱਚ ਅੱਜ ਜੋ ਮਾਹੌਲ ਆ, ਤੁਸੀਂ ਕਹਿੰਦੇ ਹੋ ਜਿਹੜੇ ਗੈਂਗਸਟਰਾਂ ਦੇ ਬਾਰੇ ਵੀ ਜਿਹੜੀਆਂ ਸਟੋਰੀਆਂ ਚੱਲੀਆਂ, ਕਿਸ ਤਰੀਕੇ ਨਾਲ ਤੁਸੀਂ ਵੇਖੋ ਗਲੋਰੀਫਾਈ ਕੀਤਾ ਜਾਂਦਾ, ਕੁਛ TRPs ਵਾਸਤੇ, ਕੁਛ ਆਪਣੇ ਵਿਊਜ਼ ਵਾਸਤੇ ਆਪਾਂ ਉਹ ਚੀਜ਼ਾਂ ਵੀ ਚਲਾ ਦੇਈਆਂ ਜਿਨ੍ਹਾਂ ਦੇ ਅੱਗੇ ਇੰਪੈਕਟ ਕੀ ਹੋਣਗੇ ਆਪਾਂ ਉਹਨਾਂ ਬਾਰੇ ਨਹੀਂ ਸੋਚੀਦਾ। ਸੋ ਇਹ ਤਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਮੇਰੇ ਕੋਲ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਲੇਕਿਨ ਮੈਨੂੰ ਇਹ ਮਹਿਸੂਸ ਜ਼ਰੂਰ ਹੁੰਦਾ ਵੀ ਇਹ ਗਲਤ ਹੋ ਰਿਹਾ,
ਬਿਲਕੁਲ ਤੁਹਾਡੇ ਸਾਹਮਣੇ ਹੀ ਸਾਰੀਆਂ ਚੀਜ਼ਾਂ ਹੋਈਆਂ। ਵੈਸੇ ਨਜ਼ਰ ਕੀ ਆ ਰਿਹਾ ਕਿ ਇਸ ਪਾਸੇ ਤੁਸੀਂ, ਕਿਉਂਕਿ ਜਿਵੇਂ ਆਪਣੇ ਪਹਿਲਾਂ ਉਸ ਖਬਰ ਦਾ ਜ਼ਿਕਰ ਕੀਤਾ ਜਦੋਂ ਤੁਸੀਂ ਉਹਨਾਂ ਦੇ ਪਿਤਾ ਜਿਹੜੇ ਸੀਗੇ ਉਹਨਾਂ ਨੂੰ ਲੈ ਕੇ ਆਏ ਸੀਗੇ ਇੱਥੇ ਮੀਡੀਆ ਦੇ ਸਾਹਮਣੇ, ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਅਸੀਂ ਹਮਲਾ ਮਾਰਾਂਗੇ ਕਿ ਨੌਜਵਾਨਾਂ ਨੂੰ ਸਹੀ ਰਸਤੇ ਪਾਇਆ ਜਾਵੇ। ਉਸ ਤੋਂ ਬਾਅਦ ਉਹ ਪ੍ਰਕਿਰਿਆ ਕਿੱਥੇ ਕੁ ਚੱਲ ਰਹੀ ਹੈ, ਜਾਂ ਕਿਸ ਤਰੀਕੇ ਨਾਲ ਅੱਗੇ ਕਾਰਵਾਈ ਕਰ ਰਹੇ ਹੋ, ਜਾਂ ਕਿਸ ਤਰੀਕੇ ਨਾਲ ਕੋਸ਼ਿਸ਼ ਚੱਲ ਰਹੀ ਹੈ ਘੱਟੋ ਘੱਟ ਨੌਜਵਾਨ ਜਿਹੜੀ ਉਹਨਾਂ ਦੀ ਸਿਹਤ ਸਹੀ ਰਹੇ? ਦੇਖੋ, ਅਸੀਂ ਆਪਣੇ ਵੱਲੋਂ ਜਦੋਂ ਸਰਕਾਰ ਵਿੱਚ ਸੀਗੇ ਅਸੀਂ ਕਈ ਕੋਸ਼ਿਸ਼ਾਂ ਕਰਨ ਦੀ ਅਸੀਂ ਸ਼ੁਰੂ ਕੀਤੀਆਂ, ਕਈ ਸਿਰੇ ਚੜੀਆਂ, ਕੁਝ ਵਿਚਕਾਰ ਰਹਿ ਗਈਆਂ, ਸਰਕਾਰ ਬਦਲ ਗਈ, ਅੱਜ ਆਪੋਜੀਸ਼ਨ 'ਚ ਆ। ਅੱਜ ਵੀ ਤੁਹਾਨੂੰ ਜਿਹੜਾ ਟੈਲੈਂਟ ਆ, ਜਿਹੜੀ એનર્ਜੀ ਆ, ਅਸੀਂ ਆਉਣ ਵਾਲੇ ਸਮੇਂ 'ਚ ਤੁਸੀਂ 9 ਅਗਸਤ ਨੂੰ ਵੀ ਇੱਕ ਪ੍ਰੋਗਰਾਮ ਲਾਂਚ ਕਰਨ ਜਾ ਰਹੇ ਹਾਂ, ਔਰ ਇੱਕ ਸਿੱਧੂ ਮੂਸੇਵਾਲਾ ਜੀ ਦੇ ਨਾਮ ਦੇ ਉੱਤੇ ਵੀ ਇੱਕ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਚਾਹਾਂਗੇ ਵੀ ਨੌਜਵਾਨ ਜਿਹੜੀ ਆਪਣੀ એનર્ਜੀ ਆ ਉਹਨੂੰ ਸਹੀ ਪਾਸੇ ਨੂੰ ਯੂਟਿਲਾਈਜ਼ ਕਰਨ। ਨੌਜਵਾਨਾਂ 'ਚ ਬੜੀ ਇੱਕ ਊਰਜਾ ਹੁੰਦੀ ਆ, ਇੱਕ ਬੜੀ ਉਹਨਾਂ 'ਚ ਕੁਛ ਕਰਨ ਦੀ ਹਿੰਮਤ ਹੁੰਦੀ ਆ। ਅਗਰ ਉਸ એનર્ਜੀ ਨੂੰ ਅਸੀਂ ਸਹੀ ਪਾਸੇ ਨੂੰ ਸਰਕਾਰ ਹੋਵੇ, ਸਕੂਲ ਹੋਵੇ, ਕਾਲਜ ਹੋਵੇ, ਯੂਨੀਵਰਸਿਟੀ ਹੋਵੇ ਨਹੀਂ ਚੈਨਲਾਈਜ਼ ਕਰੂਗੀ ਤੇ ਫਿਰ ਉਹ એનર્ਜੀ ਕਿਤੇ ਨਾ ਕਿਤੇ ਜਾ ਕੇ ਤਾਂ ਫੁੱਟਣੀ ਆ। ਔਰ ਸ਼ਾਇਦ ਤੁਸੀਂ ਵੇਖੋਗੇ 30 ਸਾਲਾਂ ਦਾ ਬੰਦਾ, 32-35 ਸਾਲਾਂ ਦਾ ਬੰਦਾ ਕਦੀ ਗੈਂਗਸਟਰ ਨਹੀਂ ਬਣਦਾ, ਕਿਉਂਕਿ ਉਦੋਂ ਤੱਕ ਉਹਨੂੰ ਜ਼ਿੰਦਗੀ ਦੇ ਫਲਸਫੇ, ਜ਼ਿੰਦਗੀ ਦੀ ਧੱਕੇ ਖਾ ਕੇ ਸਮਝ ਆ ਜਾਂਦੀ ਹੈ। ਲੇਕਿਨ 17 ਤੋਂ 23 ਸਾਲਾਂ ਦੀ ਉਮਰ ਦੇ ਵਿੱਚ ਆ ਸਭ ਤੋਂ ਟੈਂਡਰ ਏਜ ਆ। ਸੋ ਸਰਕਾਰਾਂ ਨੂੰ ਇਕੱਲੇ ਵੋਟਰਾਂ ਦੇ ਹਿਸਾਬ ਨਾਲ ਨਹੀਂ ਕੰਮ ਕਰਨਾ ਚਾਹੀਦਾ, ਸਰਕਾਰਾਂ ਨੂੰ ਇਹ ਵੀ ਵੇਖਣਾ ਚਾਹੀਦਾ ਵੀ ਇਸ ਏਜ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਕਿਸ ਪਾਸੇ ਨੂੰ ਚੈਨਲਾਈਜ਼ ਕਰੀਏ। ਅੱਜ ਆਪਾਂ ਖੇਡਾਂ ਦੇ ਵਿੱਚ ਮਗਰ ਜਾਂਦੇ ਹਾਂ ਦਿਨ ਬ ਦਿਨ। ਤੁਸੀਂ ਵੇਖੋ ਹਰਿਆਣਾ ਸੂਬਾ ਜਿਹੜਾ ਸੀਗਾ ਉਹ ਕਿਵੇਂ ਅੱਗੇ ਗਿਆ। ਆਪਣੇ ਜਿਹੜੇ ਨੌਜਵਾਨ ਖੇਡਾਂ 'ਚ ਵੀ ਗਏ, ਉਹ ਵੀ ਭਾਵੇਂ ਕਬੱਡੀ ਹੋਵੇ, ਕਬੱਡੀ 'ਚ ਤੁਸੀਂ ਕਹਿ ਨਹੀਂ ਸਕਦੇ ਵੀ ਨਸ਼ਾ ਨਹੀਂ ਹੈਗਾ। ਕਬੱਡੀ ਦੇ ਵਿੱਚ ਤੁਸੀਂ ਵੇਖੋ ਕਈ ਬੰਦਿਆਂ ਦੀ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ, ਉਹ ਸ਼ਾਇਦ ਉਹ ਕਿਉਂਕਿ ਅਨਪ੍ਰਿਸਕ੍ਰਾਈਬਡ, ਤੁਸੀਂ ਠੀਕ ਆ ਮੈਡੀਸਨ ਦੀ ਜ਼ਰੂਰਤ ਪੈਂਦੀ ਆ, ਲੇਕਿਨ ਅਨਪ੍ਰਿਸਕ੍ਰਾਈਬਡ ਲਓਗੇ, ਬਿਨਾਂ ਸੋਚੇ ਸਮਝੇ ਲਓਗੇ ਔਰ ਸਿਰਫ ਉਸ ਹਿਸਾਬ ਨਾਲ ਲਓਗੇ, ਉਹਦੇ ਵਿੱਚ ਨੁਕਸਾਨ ਆ। ਤੁਸੀਂ ਇਉਂ ਹੀ ਵੇਖੋਗੇ ਵੀ ਆਪਾਂ ਨੂੰ ਖੇਡ ਮੈਦਾਨ ਬਣਾਉਣ ਨਾਲ ਕੋਈ ਨੌਜਵਾਨ ਉਸ ਪਾਸੇ ਨੂੰ ਨਹੀਂ ਚਲੇ ਜਾਣਗੇ। ਸਾਨੂੰ ਉਹਦੇ ਬਾਰੇ ਮੈਂ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਕਹਿ ਰਿਹਾ ਵੀ ਲਿਟਰੇਚਰ, ਪੰਜਾਬੀ ਲਿਟਰੇਚਰ ਬੜਾ ਰਿਚ ਰਿਹਾ, ਪੰਜਾਬੀ ਹਿਸਟਰੀ ਬੜੀ ਰਿਚ ਰਹੀ ਆ। ਉਹ ਚੀਜ਼ਾਂ ਦੇ ਨਾਲ ਲੋਕਾਂ ਨੂੰ ਜੋੜਨਾ ਪਊਗਾ, ਜ਼ੀਰੋ ਤੋਂ ਕੰਮ ਕਰਨਾ ਪਊਗਾ। ਆਖਰੀ ਸਵਾਲ ਕਿ 4 ਮਹੀਨੇ ਹੋ ਗਏ ਨੇ ਮਾਨ ਸਰਕਾਰ ਦੇ, 4 ਮਹੀਨੇ ਤੁਹਾਡੇ ਹਿਸਾਬ ਦੇ ਨਾਲ, ਉਹ ਤਾਂ ਕਹਿੰਦੇ ਕਿ ਅਸੀਂ ਬਦਲਾਵ ਦੀ ਰਾਜਨੀਤੀ ਕਰ ਰਹੇ ਹਾਂ, ਬਦਲਾਵ ਨਜ਼ਰ ਆਇਆ ਤੁਹਾਨੂੰ? ਬਿਲਕੁਲ ਬਦਲਾਵ ਤਾਂ ਹੋਇਆ ਹੀ ਆ। ਭਗਵੰਤ ਮਾਨ ਜੀ ਛੜੇ ਸੀ, ਅੱਜ ਵਿਆਹ ਹੋ ਗਿਆ। ਸਭ ਤੋਂ ਵੱਡਾ ਬਦਲਾਵ ਤਾਂ ਇਹੋ ਹੀ ਆ। ਉਸ ਤੋਂ ਬਾਅਦ ਰਾਘਵ ਚੱਡਾ ਜੀ ਦਿੱਲੀ ਦੇ MLA ਸੀ, ਅੱਜ ਪੰਜਾਬ ਦੇ MP ਬਣ ਗਏ ਆ, ਔਰ ਉਹਦੇ ਨਾਲ ਪੰਜਾਬ ਦੇ ਡੀਫੈਕਟੋ CM ਵੀ ਬਣ ਗਏ ਆ। ਉਹਦੇ ਨਾਲ ਤੁਸੀਂ ਵੇਖੋ ਵੀ ਸੰਗਰੂਰ ਦੇ ਵਿੱਚ ਬਾਈ ਇਲੈਕਸ਼ਨ ਪਾਰਲੀਮੈਂਟ ਦੇ ਇੱਕ ਹੀ ਇਹਨਾਂ ਕੋਲ ਸੀਟ ਸੀ, ਅੱਜ ਬਦਲਾਵ ਇਹ ਹੋ ਗਿਆ ਵੀ ਇਹਨਾਂ ਕੋਲ ਇੱਕ ਵੀ ਸੀਟ ਨਹੀਂ ਰਹੀ। ਸੋ ਬਦਲਾਵ ਤਾਂ ਚਾਲੂ ਆ। ਇਹਨਾਂ ਦੇ ਮੰਤਰੀ MLA ਜਿਹੜੇ ਪਹਿਲੋਂ ਇਕੱਲੇ ਤੁਰੇ ਫਿਰਦੇ ਸੀ, ਅੱਜ ਗਨਮੈਨਾਂ ਦੇ ਕਾਫਲਿਆਂ ਨਾਲ ਤੁਰੇ ਫਿਰਦੇ ਆ। ਆਮ ਬੰਦਿਆਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ MLA ਬਣਾਇਆ ਸੀ, ਅੱਜ ਉਹ ਆਪਣੇ ਆਪ ਨੂੰ ਅਫਸਰਾਂ ਤੋਂ ਵੀ ਉੱਪਰ ਸਮਝਣ ਬੈਠੇ ਆ, ਅੱਜ ਉਹ ਮਹਾਰਾਜੇ ਰਾਜੇ ਬਣ ਗਏ ਆ। ਸੋ ਬਦਲਾਵ ਤਾਂ ਹੋਇਆ ਵਾ, ਇਹਨਾਂ ਦੀ ਨਿੱਜੀ ਜ਼ਿੰਦਗੀਆਂ 'ਚ ਹੋਇਆ, ਇਹਨਾਂ ਦੇ ਪਾਰਟੀ ਕੈਡਰ 'ਚ ਹੋਇਆ। ਪੰਜਾਬ ਉੱਥੇ ਦਾ ਉੱਥੇ ਖੜਾ। ਹਾਂ, ਇਹਨਾਂ ਦੇ ਵਿੱਚ ਬਦਲਾਵ ਜ਼ਰੂਰ ਆ ਗਿਆ ਵਾ। 1 ਤੋਂ 2 ਹੋ ਗਏ ਆ। ਬੇਰੁਜ਼ਗਾਰ ਜਿਹੜੇ ਇਹਨਾਂ ਦੇ ਪਾਰਟੀ ਮੈਂਬਰ ਸੀ, ਉਹ ਰੁਜ਼ਗਾਰ ਮਿਲ ਗਿਆ ਉਹਨਾਂ ਨੂੰ, ਉਹਨਾਂ ਦੀ ਤਨਖਾਹਾਂ ਲੱਗ ਗਈਆਂ ਵਾ, ਜਿਨ੍ਹਾਂ ਨੂੰ ਸ਼ਾਇਦ ਕੋਈ ਪੰਜਾਬ 'ਚ ਪੁੱਛ ਨਹੀਂ ਰਿਹਾ ਸੀ। ਸਾਰੀ ਪਾਰਟੀਆਂ ਦੇ ਨਕਾਰੇ ਹੋਏ ਸੀ, ਅੱਜ ਉਹ MLA ਬਣ ਕੇ ਵਿਧਾਨ ਸਭਾ 'ਚ ਵਧੀਆ ਆਪਣੇ ਝੱਗੇ ਪਾ ਕੇ ਟੌਰ ਟੂਰ ਕੱਢ ਕੇ ਆਪਣੇ ਅਫਸਰਾਂ ਤੇ ਦਬਕੇ ਮਾਰਨ ਲੱਗ ਪਏ ਆ, ਔਰ ਬਦਲਾਵ ਆ ਗਿਆ ਵਾ। ਸਨ ਵਰਿੰਦਰ ਢਿੱਲੋਂ तमाम ਮਸਲਿਆਂ ਤੇ ਬੜੇ ਬੇਬਾਕੀ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਸ ਨਜ਼ਰੀਏ ਨਾਲ ਦੇਖਦੇ ਨੇ ਜਿਹੜੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ। ਬੜੇ ਬੇਬਾਕ ਢੰਗ ਦੇ ਨਾਲ ਉਹਨਾਂ ਨੇ ਗੱਲਾਂ ਕਹੀਆਂ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।